सब देखने और सुनने वालों की खिदमत में मोहब्बत भरा सलाम। बड़े दिनों बाद आज याकूब साहब हमारे साथ हैं। आज सुनेंगे क्या कहते हैं याकूब साहब। जी जनाब, क्या कहना चाहेंगे आप? जी, बिस्मिल्लाहिर्रहमानिर्रहीम। अस्सलाम वालेकुम वरहमतुल्लाह। वालेकुम सलाम। मैं रोज़ तुहाडे प्रोग्राम दे विच सारे तकरीबन तुहानू पता ना बई किस वेले सेहत ठीक होंदी, किस वेले नहीं, बीमार बंदा। मैं कल मेरे नाल एक मुंडा डायलिसिस करांदा रहा टिंगियां दा। हुँ, अज दा जनाजा 4 बजे अस्पताल। वो जवान है, वो मैं ते 71 साल दा ते वो 45 साल दा। ਉਹਦਾ ਗੁਰਦਾ ਵੀ ਪੈ ਗਿਆ ਤੇ ਮੈਨੂੰ ਕੱਲ ਜਾਣਿਆ ਨਾ ਉਹ ਸਾਡੀ ਡਾਕਟਰ ਆ ਜੀ ਯਕੂਬ ਤੇਰੇ ਪਿੰਡ ਵਾਲਾ ਬੰਦਾ ਅਸੀਂ ਭਰਾਵਾਂ ਆਪੇ ਹੀ ਗੁਨਾਹ ਵੀ ਦਿਨਾਂ ਕਿਹੜਾ ਦੂਰ ਹੈ ਕੋਈ हुँ, तो ਅਸੀਂ ਭਰਾਵਾਂ ਵਾਂਗੂ ਬਹਿਣਾ ਗੱਪਸ਼ਪ ਮਾਰੀ ਤੇ ਅਸੀਂ ਇਕੱਠੇ ਕਰਾਣੀ ਜਾਣਾ ਸਵੇਰੇ ਆਉਂ ਤੇ ਉਹ ਮੇਰੀ ਨਾਲ ਸ਼ਿਫਟ ਚੱਲਦੀ ਰਹੀ ਪੂਰਾ ਸਾਲ ਤੇ ਉਹਦਾ ਗੁਰਦਾ ਪੈ ਗਿਆ ਜਵਾਨ ਹੈ ਮੈਂ ਤੇ ਬੁੱਢਾ ਮੇਰਾ ਪਿਆ ਨਹੀਂ हुँ, ਉਮਰ ਚੌਖੀ 70 ਤੋਂ ਉੱਪਰ ਨਹੀਂ ਪਾਉਂਦੇ ਉਸ ਵੇਲੇ ਟਾਈਮ ਹੈ ਉਸ ਵੇਲੇ ਮੈਨੂੰ ਸ਼ੂਗਰ ਖਤਮ ਹੋ ਗਈ ਗੁਰਦਾ ਨਹੀਂ ਪਾ हुँ। ਉਹ ਸ਼ਰਾਬ ਕੱਲ ਫੌਤ ਹੋ ਗਿਆ ओहो! तो मैंने डॉक्टर आ जी ਉਹਨੇ ਗਲਤੀ ਕੀਤੀ ਉਹਦਾ ਗੁਰਦਾ ਪੈ ਗਿਆ ਠੀਕ ਠਾਕ ਉਹਨੇ ਲਾਪਰਵਾਹੀ ਕੀਤੀ मैं जवान है मेरा गुर्दा पै गया ਭਜਦਾ ਰਿਹਾ ਉਹਨੇ ਦਵਾਈ ਨਹੀਂ ਟਾਈਮ ਸਿਰ ਖਾਦੀ ओहो! अंदरों जख्म कच्चा ਰਿਹਾ ਜ਼ਹਿਰ फैल गया अटैक हो गया हुँ, अल्लाह वाह! अच्छा। जिस वे देख लो मैं अर्ज करना पाया वो बड़ा खुश है ਤੇ ਮੈਂ ਨੂੰ ਵੀ ਬੜੀ ਖੁਸ਼ੀ ਹੈ ਚਲੋ ਮੈਂ ਤੇ ਆਪਣੀ ਉਮਰ ਹਟਾ ਬੈਠਾ ਮੇਰੇ ਵੱਡੇ ਬੱਚੇ ਦਾ ਨਹੀਂ ਆ हुँ, ਤੇ ਅੱਲਾਹ ਕਰਮ ਕੀਤੇ ਦਾ ਗੁਰਦਾ ਪੈ ਗਿਆ ਤੇ ਮੈਨੂੰ ਹਸਪਤਾਲ ਮਿਲਣ ਆਉਂਦੇ 4-5 ਦਫਾ ਤੇ ਆਲਿਆ ਮੈਂ ਨਾ ਤਾਂ ਯਕੂਬ ਹੁਣ ਠੀਕ ਹੋ ਗਿਆ ਮੈਂ ਅੱਲਾਹ ਦਾ ਕਰਮ ਹੋ ਗਿਆ ਮੇਰੇ ਬੱਚੇ ਨੇ ਤੇ ਮੇਰੀ बीवी ਹੈ ਤੇ ਮੇਰਾ ਗੁਰਦਾ ਪੈ ਗਿਆ ਕੰਮ ਲੱਗੇ ਹੈ ਤੇ ਦੇਖ ਲਓ ਜਿਹੜੇ ਵਕਤ ਹੈ ਨਾ ਗੁਰਦਾ ਪੈਣ ਦੇ ਬਾਵਜੂਦ ਵੀ ਕਿਹੜੀ ਮਿਸਟੇਕ ਹੋਈ ਹੈ ਵਕਤ ਆਇਆ ਸੀ ਨਾ जी, जी। तो मेरे गल करना मतलब ਤੁਹਾਨੂੰ ਗੱਲ ਸੁਣਾਉਣਾ ਹੈ ਅਫਜ਼ਾਲ ਅੱਜ ਦਾ ਜਨਾਜ਼ਾ 4 ਵਜੇ ਉਹ ਮੈਂ ਨਾ ਤੁਹਾਨੂੰ ਜੋ ਜਨਾਜ਼ੇ ਦੀ ਵੀਡੀਓ ਚਾੜਾਂਗਾ ਅੱਛਾ ਉਹ ਮੈਂ ਅਰਜ਼ ਕਰਦਾ ਮੇਰਾ ਮਤਲਬ ਇਹ ਹੈ ਕਿ ਜੋ ਹੁੰਦਾ ਖੁਦਾ ਕਰਦਾ ਬੰਦਾ ਕੁਝ ਨਹੀਂ ਕਰ ਸਕਦਾ हुँ, ਜਿਹੜੀ ਇਹ ਮੈਂ ਰੋਜ਼ ਤੱਕਣਾ ਤੁਸੀਂ ਆਦੇ ਹੋ ਜਿਹੜੇ ਮਰਜ਼ਈਆਂ ਨੂੰ ਇਹ ਫਲਾਣਾ ਕੰਮ ਜਿਹੜਾ ਮੇਰਾ ਨਾ ਪਤਰੀਆ ਤਰੀਕੇ ਲਬੈਕ ਵਾਲਾ हुँ, ਇਹਨਾਂ ਦੀ ਕੀ ਵੈਲਿਊ ਹੈ हुँ, ਤਰੀਕੇ ਲਬੈਕ ਪੂਰੇ ਪਾਕਿਸਤਾਨ ਦੀ ਤਗੜੀ ਪਾਰਟੀ ਸਭ ਤੋਂ ਜਿਕਣੀ ਮਲਾਹਨ ਤਰੀਕੇ ਸਾਥ ਦਾ हुँ, ਲੇਕਿਨ ਗੱਲ ਤੇ ਹੈ ਵੀ ਜੋ ਵੀ ਨਬੀ ਪਾਕ ਨੂੰ ਮੰਨਣੇ ਵਾਲਾ ਜੋ ਵੀ ਅੱਲਾਹ ਤੇ ਅੱਲਾਹ ਦੇ ਪਿਆਰੇ ਘਰ ਜਾਂਦਾ ਹੈ ਉਮਰਾ ਪਾਕ ਕਰਦਾ ਹਜ ਕਰਦਾ ਜਾਂਦਿਆਂ ਸਾਥ ਜਿਸ ਲਈ ਜਵੇਦ ਸਾਹਿਬ ਬੰਦਾ ਖਾਣੇ ਕਾ ਵੀ ਜਾਂਦਾ ਹੈ ਨਾ ਤੇ ਜ਼ਿਆਰਤ ਕਰਦਾ ਖੁਦਾ ਦੇ ਘਰ ਦੇ ਸਾਰੇ ਬੰਦੇ ਇਹੀ ਪੜ੍ਹਦੇ ਨੇ ਸਵਾਫ ਕਰਦੇ ਨੇ ਲੱਬੈਕ ਅੱਲਾਹੁਮਾ ਲੱਬੈਕ हुँ, ਲੱਬੈਕ ਲਾ ਸ਼ਰੀਕ ਲਕ ਲੱਬੈਕ हुँ, इन्नल हम्दा व निअमता लक वल मुल्क ला शरीक अल्लाह ਜਿਹੜਾ ਵੀ ਬੰਦਾ ਇਹ ਪੜ੍ਹਦਾ ਹੈ ਇਹ ਕੀਤੇ ਬਗੈਰ ਨਾ ਉਮਰਾਂ ਦਾ ਨਾ ਹਜ ਹੁੰਦਾ ਨਾ ਖੁਦਾ ਦੀ ਕਰਦੀ ਜ਼ਿਆਰਤ ਹੁੰਦੀ ਹੈ ਉਹ ਤਰੀਕੇ ਲਬੈਕ ਵਾਲਾ हुँ, ਤੁਸੀਂ ਆਖਦੇ ਨਹੀਂ ਲੱਬੈਕ ਅੱਲਾਹੁਮਾ ਲੱਬੈਕ हुँ, ਇਹ ਅੱਲਾਹ ਮੈਂ ਹਾਜ਼ਰ ਸਾਰੀ ਦੁਨੀਆ ਇਹੀ ਆਖਦੀ ਹੈ ਕੋਈ ਤਰੀਕੇ ਲਬੈਕ ਵਾਲੇ ਵੱਖਰਾ ਆਖਦੇ ਨੇ ਇੱਥੇ ਹਰ ਬੰਦੇ ਆਪਣੀ ਦੁਕਾਨਦਾਰੀ ਚਲਾਈ ਹੈ हुँ, ਇਸੇ ਗੱਲ ਤੋਂ ਮੇਰਾ ਪਤਰੀਆ ਮੈਨੂੰ ਫੋਨ ਨਹੀਂ ਕਰਦਾ ਮੈਂ ਉਹਨੂੰ ਹੁਣ ਵੀ ਆਖਣਾ ਮੈਂ ਉਹਨੂੰ ਟਵੀਟ ਭੇਜਦਾ ਰਹਿਣਾ ਪੁੱਤਰ ਇਹ ਕੰਮ ਚੰਗਾ ਨਹੀਂ ਹੈ ਤੈਨੂੰ ਅਗਲੇ ਅੱਗੇ ਲਾਇਆ ਤੈਨੂੰ ਇਸਤੇਮਾਲ ਤੇ ਕਰਦੇ ਨੇ ਤੂੰ ਤੇ ਇੱਕ ਆਂਦੀ ਚ ਨਮਕ ਬਰਾਬਰ ਵੀ ਨਹੀਂ ਹੈ ਨਾ ਜਿਹੜਾ ਮੈਂ ਆਪਣੇ ਬਾਗ ਚ ਬਾਹਰ ਧਨੀਆ ਲਾਇਆ ਤੂੰ ਦੇ ਬਰਾਬਰ ਵੀ ਨਹੀਂ ਹੈ ਇੱਥੇ ਬੜੇ ਬੜੇ ਮਛੰਦਰ ਨੇ ਐਸੇ ਬਗੈਰ ਮੁਤਮਇਨ ਕੰਜਰ ਟਾਈਆਂ ਬਣ ਕੇ ਨਵੇਂ ਕੱਪੜੇ ਪਾ ਕੇ ਮੁਰੱਬਿਆਂ ਤੇ ਕਬਜ਼ਾ ਕਰਕੇ ਆਪਣੀ ਔਲਾਦ ਵਾਸਤੇ ਜਨਮ ਖਰੀਦ ਕੇ ਕੋਈ ਸਦਰ ਬਣੇ ਹੈ ਕੋਈ ਵਜ਼ੀਰ ਬਣੇ ਹੈ ਕੋਈ ਵਜ਼ੀਰ ਬਣੇ ਹੈ ਕੋਈ ਗਵਰਨਰ ਬਣੇ ਹੈ ਕੋਈ ਵਜ਼ੀਰ ਅੱਲਾ ਬਣੇ ਹੈ ਉਹਨੇ ਕਿਆਮਤ ਦੀਆਂ ਨਿਸ਼ਾਨੀਆਂ ਚ ਇੱਕ ਨਿਸ਼ਾਨੀ ਕਿਆਮਤ ਦੀ ਜ਼ਾਹਿਰ ਹੋ ਗਈ ਹੈ ਪਰ ਇੱਕ ਚੌਕੀਦਾਰ ਮੁਲਕ ਤੇ ਕਬਜ਼ਾ ਕਰਕੇ ਤੇ ਸਾਰੇ ਮੁਲਕ ਨੂੰ ਕੰਧ ਪਕੜਾਏ ਨੇ ਉਸ ਬੰਦੇ ਨੇ ਟਗੇ ਦੇ ਬੰਦੇ ਨੇ ਹਾਲਾਂ ਜਿਹੜਾ ਮੈਂ ਇੱਕ ਵਾਰੀ ਨਾ ਐਸਪੀ ਦੇ ਦਫ਼ਤਰ ਗੁਜਰਾਤ ਗਿਆ ਮੇਰੇ ਬਜ਼ੁਰਗ ਆ ਐਸਪੀ ਉਹਨਾਂ ਦੀ ਪੈਨਸ਼ਨ ਹੋ ਗਈ ਉਹਨਾਂ ਦੀ ਯਕੀਨ ਕਰੋ ਉੱਥੇ ਅੱਲਾ ਦੀ ਕਸਮ ਪੁਲਿਸ ਵਾਲੇ ਇਕੱਠੇ ਬੈਠੇ ਤੇ ਨਾ ਫੌਜੀਆਂ ਦੇ ਖਿਲਾਫ ਉਹਨੇ ਗੱਪਾਂ ਮਾਰ ਦਿੰਦਾ ਉਹ ਕੋਈ ਇੱਕ ਨਾ ਉੱਥੇ ਨਾ ਕੋਈ ਆ ਗਿਆ ਕੋਈ ਸਾਬਕਾ ਬ੍ਰਿਗੇਡੀਅਰ ਆਇਆ ਤੇ ਫਿਰ ਮਾਰਸ਼ਲ ਆਈ ਹਾਲ ਵੇਲੇ ਹੁੰਦਾ ਇਸ ਪਾਕਿਸਤਾਨ ਚ ਤੇ ਉਹ ਨਾ ਇੱਕ ਉੱਥੇ ਕੰਮ ਆਇਆ ਉਹਦੇ ਕਿਸੇ ਰਿਸ਼ਤੇਦਾਰ ਦਾ ਉਹਨੂੰ ਤੜੀ ਲਾਣ ਡਿਆ ਤੇ ਉਹ ਆ ਗਿਆ ਐਸਪੀ ਕੋਲ ਦਾ ਜਨਾਬ ਗੱਲ ਇਹ ਵਾਸਾਂ ਦੇ ਮਾਲ ਕਮਾਣਾ ਤੇ ਆਰਾਮ ਨਾਲ ਕੰਮ ਕਰਨਾ ਉਸੇ ਕੋਈ ਰਿਟਾਇਰ ਬ੍ਰਿਗੇਡੀਅਰ ਆਇਆ ਸਾਨੂੰ ਬੜਾ ਤੰਗ ਕਰਦਾ ਰੋਜ਼ ਉਹਨੇ ਕਿਹਾ ਯਾਰ ਉਹਦਾ ਬੇਵਕੂਫ ਦਾ ਕਰ ਦਿਓ ਜਿਹਨੂੰ ਨੌਕਰੀ ਪ੍ਰਾਈਵੇਟ ਅਦਾਰੇ ਨਾ ਲੱਭੇ ਜਿਹੜਾ ਮੁੰਡੇ ਨੂੰ ਕੋਈ ਨੌਕਰੀ ਪਾਕਿਸਤਾਨ ਨਾ ਲੱਭੇ ਆ ਜਿਹੜਾ ਫੌਜ ਚ ਭਰਤੀ ਕਰਾ ਉਸ ਗੁੱਲੀਆਂ ਲੱਗ ਜਾਣਦੀਆਂ ਹੈ ਇਹਨਾਂ ਦੀਆਂ ਗੁੱਲੀਆਂ ਪੱਕੀਆਂ ਲੱਗੀਆਂ ਹੁੰਦੀਆਂ ਨੇ ਇਹਨਾਂ ਦੀ ਇਹ ਔਕਾਤ ਹੁੰਦੀ ਜੇ ਤੇ ਜਿਸਲੇ ਦਾ ਲੱਗਦਾ ਫਿਰ ਮੁਲਕ ਨਾਲ ਕਰਦੇ ਕਿ ਉਹ ਹਿਸਾਬ ਕਰਦੇ ਨੇ ਅੱਲਾ ਬੰਦੇ ਚ ਇਨਸਾਨੀਅਤ ਹੋਵੇ ਜ਼ਮੀਰ ਹੋਵੇ ਗੈਰਤ ਹੋਵੇ ਈਮਾਨ ਹੋਵੇ ਬੰਦੇ ਨੂੰ ਆਪਣੀ ਔਲਾਦ ਦਾ ਪਤਾ ਮੇਰੀ ਔਲਾਦ ਕੀ ਕਰਦੀ ਹੈ ਪਈ ਇਹਨਾਂ ਨਾਲ ਕੀ ਹੋਣਾ ਕੱਲ ਮੇਰੇ ਨਾਲ ਕਬਰ ਚ ਕੀ ਹੋਣਾ ਤੇ ਉਹ ਆਪਣੀ ਹਦੂਦ ਚ ਰਹਿੰਦਾ ਜਿਹੜੀ ਉਹਦੀ ਡਿਊਟੀ ਹੁੰਦੀ ਹੈ ਉਹ ਕਰਦਾ ਜਿਹੜਾ ਫਾਲਤੂ ਕੰਮ ਹੈ ਨਾ ਉਹਨੂੰ ਕਰਨ ਦਿੰਦਾ ਜਿਹਨਾਂ ਦਾ ਕੰਮ ਹੁੰਦਾ ਪਰ ਇੱਥੇ ਲੰਮੀ ਗੱਲ ਤੇ ਮੇਰਾ ਹੱਲ ਕਰਨ ਦਾ ਮਤਲਬ ਹੈ ਤੁਸੀਂ ਰੋਜ਼ ਆ ਕੇ ਤੁਹਾਡਾ ਮੈਂ ਹਰ ਪ੍ਰੋਗਰਾਮ ਤੱਕਣਾ ਤੁਸੀਂ ਸਾਊਦੀ ਨੂੰ ਕਿੰਨੀ ਵਾਰੀ ਗਏ ਸਾਊਦੀ ਮੁਹੰਮਦ ਰਸੂਲullah ਮੈਂ ਤੁਹਾਨੂੰ ਦਾਅਵੇ ਨਾਲ ਕਹਿਣਾ
पाकिस्तान च किसी अकलीत ਨੂੰ ਕੋਈ ਤਕਲੀਫ ਨਹੀਂ ਜੇ ਕਿयामत आई है। ਇਹਨਾਂ ਕੋਲ इमरान खान नहीं हरदा पिया, ਉਹ सच्चा बंदा ਇਹ ਲਈ ਹੈ नवाज शरीफ ਦੇ शहबाज शरीफ ਦੇ ਜਿਹੜੇ डाकू चोर बगैरत अनपढ़ जाहिल गंदे गंदी रलीयत दे गंदे खानदान ते गंदी नस्ल ते गंदी असल दे एक बारी ਉਹਨੂੰ 5 साल नचांदे ਇਹ ਤੇ ਕੁੜੀਆਂ ਇੱਕ ਵਾਰੀ ਉਹਨੂੰ ਨਚਾਉਂਦੇ ਬੰਦਾ एक सवाल भी है, ईमानदार मोमिन मुहिब्बे वतन काबिल ਜਿਹਨੂੰ ਅਗਿਆਰ ਵੀ ਮੰਨਦਾ ਕਾਫਰ ਵੀ ਮੰਨਦੇ ਨੇ ਹਰ ਬੰਦਾ ਉਹਨੂੰ ਮੰਨਦਾ अच्छा सवाल भी कर दियो ना एक ਮੁਖਲਸ ਵੀ ਹੈ ਕਾਬਿਲ ਵੀ ਹੈ ਲੇਕਿਨ ਹਰ ਬੰਦੇ ਨੂੰ ਆਪਣਾ ਵਤਨ ਪਿਆਰ ਹੁੰਦਾ ਆਪਣੀ ਜ਼ਾਤ ਵਾਸਤੇ ਅੰਦਰੋਂ ਭਾਵੇਂ ਜੋ ਮਰਜ਼ੀ ਇਮਰਾਨ ਖਾਨ ਵੀ ਮੁਹਾਫਜ਼ਤ ਕਰਦੇ ਹੋਣਗੇ ਅਰਬੀ ਵੀ ਕਰਦੇ ਹੋਣਗੇ ਯੂਰਪ ਵਾਲੇ ਵੀ ਕਰਦੇ ਹੋਣਗੇ ਲੇਕਿਨ ਉੱਤੋਂ ਕੋਈ ਬੰਦਾ ਉਹਦੇ ਸਾਹਮਣੇ ਆ ਕੇ ਕਿਉਂ ਉਹਦੇ ਕੋਲ ਗੁਨਾਹ ਕੋਈ ਨਹੀਂ ਕੀਤਾ ਉਹ ਇੱਕ ਹੀਰਾ ਸੋਨਾ ਵੀ ਹੀਰਾ ਉਹਦਾ ਮੁੱਲ ਹੀ ਕੋਈ ਨਹੀਂ ਉਹ ਅਨਮੋਲ ਹੀਰਾ ਇਹ ਜ਼ਾਲਮ ਕੌਮ ਹੈ ਇਹਨਾਂ ਕਿਸੇ ਦੀ ਕਲ ਕੀਤੀ ਹੈ ਇਹਨਾਂ ਬਾਬੇ ਕਾਇਦੇ ਮੇਰੀ ਕੀਤੀ ਇਹਨਾਂ ਸ਼ਾਇਰ ਮਸ਼ਰਕ ਦੇ ਅਲਾਮਾ ਇਕਬਾਲ ਦੀ ਨਹੀਂ ਕੀਤੀ ਤਾਂ ਮੇਰੇ ਗੱਲ ਕਰਨ ਦਾ ਮਤਲਬ ਇਹ ਹੈ ਉਹਨਾਂ ਜੋ ਟਕੇ ਦਾ ਬੰਦਾ ਕੋਈ ਅਰਬਾਂ ਛੱਡਿਆ ਨੇ ਜਿਨ੍ਹਾਂ इमरान खान की बीवी ते ਇਹ ਇਲਜ਼ਾਮ ਲਾਇਆ ਇੱਜ਼ਤ ਦਾ ਕੇ ਜਵੇਦ ਸਾਹਿਬ ਤੁਸੀਂ ਪੜ੍ਹੇ ਹੋ ਮੈਂ ਤੇ ਅਨਪੜ੍ਹ ਜਿਹਾ ਬੰਦਾ ਮੈਂ ਤਾਂ ਉਲਮਾ ਇਕਰਾਮ ਦੀ ਜੁਸੀਅਤ ਕਰਨ ਵਾਲਾ ਬੰਦਾ ਜਿਹੜਾ ਤਲਾਕ ਜਾਂ ਇੱਜ਼ਤ ਦਾ ਕੇਸ ਹੈ ਇਹ ਸਵਾਏ ਬੀਵੀ ਤੇ ਉਹਦੇ ਖਾਮਦ ਨੂੰ ਤੇ ਜਾਂ ਰੱਬ ਨੂੰ ਪਤਾ ਚੌਥਾ ਬੰਦਾ ਵੀ ਕੋਈ ਨਹੀਂ ਬਣ ਸਕਦਾ ਅਸੀਂ ਇਸ ਅੰਦਰ ਬੈਠੇ ਹਾਂ ਮੇਰੀ ਬੀਵੀ ਹੈ ਜਾਂ ਕੋਈ ਹੈ ਇੱਕ ਖਾਮਦ ਆਪਣੀ ਬੀਵੀ ਨੂੰ ਗੁੱਸੇ ਨਾਲ ਪੈਂਦੇ ਨੇ ਗੱਲਬਾਤ ਗੁੱਸਾ ਹੋ ਜਾਂਦਾ ਤਲਾਕ ਆਖਰ ਹੁੰਦੀ ਗੁੱਸੇ ਤੇ ਕਿਸੇ ਵਜ੍ਹਾ ਨੂੰ ਗੁੱਸਾ ਆਵੇ ਜਾਂ ਤੈਨੂੰ ਮੈਂ ਤਲਾਕ ਦਿੱਤੀ और कोई त्रीजा बंदा हुआ है जे कोई जैसा कोई हुआ है कोई अच्छा सवाल हो गई है एक दो सवाल करने तो बीवी का कुरान मनिया जाएगा बीवी की कसम मनी जाएगी इन्हें मैंने तलाक दे छड़ी है बाकी त्रीजा बंदा कोई है ही कोई नहीं अच्छा केड़े केस शुरू कीते जुल्म दी इंतहा है हुक्म करो की करन लगे मेरा सवाल है तुसी कितनी दफा सऊदी अरब गए जे मैं सऊदी अरब जी एक ते पूरा साल मैं पता 1000 बार गया साल च मैं 4 बारी हर महीने 3 बारी अव्वल ते 4 भी 3 बारी हर महीने च मैं मेरे को गड्डी बंदे आम शहर पढ़ होंगे ना मजदूर को नहीं मैं ड्राइवर बंदा हूँ जी मैं ट्रक चलाते उत्थे मैं ताइब शहर कोल मक्की से रहा ते साल ते मैं नौकरी की है और फिर मैं घर आया मेरा कोई पिंड फड़ा आ मैं आया मैं 3 महीने वास्ते फिर मेरे को जान नहीं वापस होया फिर मैं 8 साल बाद यूरोप जा के दोस्त मेरा मैंने फ्री लाया थोड़ा मैं ਤੁਹਾਨੂੰ कहानी फिर वक्री ਉਹ ਛੱਡ ਦਿਓ ਥੋੜਾ ਅੱਛਾ ਲੰਬੀ ਹੋ ਜਾਣੀ ਕਹਾਣੀ ਸਾਡੇ ਮੁਲਕ ਦੇ ਵਿੱਚ ਹੀ ਸਭ ਤੋਂ ਜ਼ਿਆਦਾ ਕੀ ਪ੍ਰੋਬਲਮ ਹੈ ਤੁਸੀਂ ਹੁਣੇ ਕਿਹਾ ਜੀ ਅਕਲੀਤਾਂ ਨੂੰ ਕੋਈ ਪ੍ਰੋਬਲਮ ਨਹੀਂ ਉੱਥੇ ਤੇ ਸਾਰਿਆਂ ਨੂੰ ਪ੍ਰੋਬਲਮ ਹੈ ਪਿਛਲੇ ਦਿਨੋਂ ਇੱਕ ਪਰਫਿਊਮ ਦਾ ਨਾਮ ਰੱਖ ਦਿੱਤਾ ਉਹਨੇ ਉਹ ਬੱਟ ਨੇ ਔਰ ਰਜਬ ਬੱਟ ਨੇ ਉਹਦੇ ਫਤਵੇ ਜਾਰੀ ਕਰਨ ਦੇ ਨੇ ਉਹਨੂੰ ਕਹਿੰਦੇ ਮਾਰ ਦੇਣਾ ਉਹਦੇ ਘਰ ਦੇ ਬਾਹਰ ਖਲੋਤੇ ਦੇ ਨੇ ਅਹਿਮੀਆਂ ਦੀਆਂ ਮਸਜਿਦਾਂ ਜਿਹੜੀਆਂ ਉਹਨਾਂ ਦੇ ਮਨਾਰ ਕਰਾ ਰਹੇ ਨੇ ਈਸਾਈ ਜਿਹੜੇ ਨੇ ਉਹ ਮੁੰਡੇ ਨੂੰ ਕਹਿੰਦਾ ਜੀ ਕਿ ਤੂੰ ਕਲਮਾ ਪੜ੍ਹ ਲਾ ਉਹਨੇ ਨਹੀਂ ਪੜ੍ਹਿਆ ਤੇ ਦੀ ਸ਼ਾਹਰਾ ਕੱਢ ਦਿੱਤੀ ਹੈ ਉੱਥੇ ਕਰਾਚੀ ਦੇ ਵਿੱਚ ਹਿੰਦੂ ਕੁੜੀਆਂ ਨੂੰ ਚੁੱਕ ਕੇ ਲੈ ਗਏ ਨੇ ਕਿ ਮੁਸਲਮਾਨ ਹੋ ਜਾਓ ਤੇ ਵਰਨਾ ਤੁਹਾਡੇ ਤੇ ਵੀ ਇਹ ਕਰ ਦਿਆਂਗੇ ਸਾਡਾ ਨਿਕਾਹ ਕਰ ਲਓ ਤੁਸੀਂ ਕਹਿੰਦੇ ਅਕਲੀਤਾਂ ਨੂੰ ਉੱਥੇ ਪ੍ਰੋਬਲਮ ਨਹੀਂ ਹੈਗੀ ਉੱਥੇ ਤੇ ਦੂਜਿਆਂ ਨੂੰ ਵੀ ਪ੍ਰੋਬਲਮ ਹੈ ਇਹ ਤੁਸੀਂ ਨਹੀਂ ਰਜਬ ਬੱਟ ਦਾ ਕੇਸ ਸੁਣਿਆ ਰਜਬ ਬੱਟ ਦਾ ਰਜਬ ਬੱਟ ਦਾ ਕੇਸ ਸੁਣਿਆ ਤੁਸੀਂ ਕਿਹੜਾ और रजब भट्ट ਜਿਹਦੇ ਖਿਲਾਫ ਫਤਵਾ ਜਾਰੀ रजब भट्ट ਦਾ ਮੈਂ ਅਰਜ਼ ਕਰਨਾ ਪਿਆ ਰਜਬ ਵਾਜ ਵਾਸਤੇ ਮੈਂ ਕੱਲ ਮੇਰੇ ਇੱਕ ਬਜ਼ੁਰਗ ਨੇ ਕਾਰੀ ਸਾਹਿਬ ਨੇ ਲਾਹੌਰ ਖਤੀਬ ਨੇ ਨੇਕ ਬੰਦੇ ਨੇ ਬਜ਼ੁਰਗ ਬੰਦੇ ਨੇ ਕੱਲ ਅਪੀਲ ਕੀਤੀ ਜੇ ਤੁਸੀਂ ਟਵੀਟ ਕਰਕੇ ਪੜ੍ਹ ਸਕਦੇ ਹੋ ਇਹ ਕੰਮ ਕਰੋ ਵੀ ਜੇ ਇਸ ਬੰਦੇ ਨੇ ਜਿਹੜੀ ਗੱਲ ਮੈਂ ਉਹਦਾ ਪ੍ਰੋਗਰਾਮ ਨਹੀਂ ਪੂਰਾ ਪੜ੍ਹਿਆ ਸੀ ਮੈਨੂੰ ਨਹੀਂ ਪਤਾ ਹੈ ਇਹ ਮੈਂ ਕੱਲ ਦੁਬਾਰਾ ਸੁਣਿਆ ਉਹਦਾ ਤਾਂ ਕੋਈ ਲਾਇਆ ਨੇ ਮਤਲਬ ਫਤਵਾ ਬਈ ਨੇ ਤੋਈ ਨੇ रसालत की है मैनू नहीं पता वो के लफ्ज बोले ने मैं ये तक भी नहीं पढ़ ਉਹਨੇ ਲਫ਼ਜ਼ ਕੋਈ ਨਹੀਂ ਬੋਲੇ ਉਹਨੇ ਕਿਹਾ ਜੀ ਇਹ ਮੇਰੇ ਪਰਫਿਊਮ ਦਾ ਨਾਮ 295 ਸੇ ਜੇ ਉਹ ਤੇ 295 ਸੀ ਇਹਨਾਂ ਨੇ ਬਣਾਈ ਦੀ ਹੈ ਕਿ ਜਿਹੜਾ ਗੁਸਾਖਿਰ ਰਸੂਲ ਹੈ ਉਹਦੀ ਸਜ਼ਾ ਦੇ ਮੁਤਲਕ ਕਾਨੂੰਨ ਬਣਾਇਆ ਦਾ ਉਹਨੇ ਤੇ ਇਹ ਤੇ ਕਿਹਾ ਹੀ ਨਹੀਂ ਕੁਝ ਵੀ मैं अर्ज करना पिया भाई मैं कल उन्होंने अगे कर्मा ने बुजुर्गों की अपील की है मैं क्या पर नबी रहमत ने भी बड़े बंदे जेडे बड़े बड़े जालम आए ने जेडे हजूर पाक ते हमले की कोशिश की सहाबी रसूल में खेद करनी उन्होंने भी माफ किया मैं क्या अगर उस बंदे कोई ऐसी गल नहीं की जिस नाल मुल्क किसी तरह पवे या सामने सारे सरेआम ने बदमाशी नहीं की कोई तोहीन नहीं की ਉਹਦੇ ਵਾਸਤੇ ਅਪੀਲ ਕਰੋ ਪਾਕਿਸਤਾਨੀ ਕੌਮ ਅੱਗੇ ਵਾ ਕਿਸੇ ਦਾ ਬੇਗੁਨਾਹ ਕਤਲ ਕਰਨਾ ਬੜਾ ਵੱਡਾ ਗੁਨਾਹ ਕਬੀਰਾ ਹੈ ਉਹ ਬੱਚਾ ਜਵਾਨ ਹੈ ਉਹਦੀ ਬੀਵੀ ਹੈ ਉਹਦਾ ਮਾਂ ਬਾਪ ਹੈ ਉਹਦੇ ਕੋਲ ਕੋਈ ਗਲਤੀ ਹੋ ਗਈ ਮੈਂ ਹੁਣ ਵੀ ਅਪੀਲ ਕਰਨਾ ਪਰ ਪਾਕਿਸਤਾਨ ਜੋ ਉਲਮਾ ਇਕਰਾਮ ਦੀ ਮੈਂ ਸੁੰਨੀ ਜੇ ਮੈਂ ਸ਼ਹਿਨशाह ਵਿਲਾਇਤ ਦਾ ਮਰੀਦ ਗੁਜਰਾਤ ਸਭ ਸੁਣਦਾ ਪੂਰਾ ਪਾਕਿਸਤਾਨ ਪਿਆ
ਉਹ- ਮੈਂ ਸਭ ਤੋਂ ਵੱਡਾ ਤਰੀਕੇ ਲਬੈਕ ਵਾਲਾ ਬੰਦਾ ਜੇ ਹੂੰ ਇਹ ਮੌਲਵੀਆਂ ਗੱਲਾਂ ਕਰਦੇ ਨੇ, ਮੌਲਵੀਆਂ ਘੜੀਆਂ ਸਾਨੂੰ ਵਾਲੇ ਨੇ ਚਾਮਾਂ ਦੀ ਪਾਓ, ਆਪੂ ਸੋਨੇ ਦੀ ਪਾਈ ਹੁੰਦੀ ਨੇ। ਮੌਲਵੀਆਂ ਦੀਆਂ ਗੱਲਾਂ, ਬਿਜ਼ਨਸਮੈਨ ਮੌਲਵੀ ਜੇ ਜਿਹੜੇ ਅਸਲ ਮੌਲਵੀ ਨਾ ਮੈਨੂੰ ਜਾਣਦੇ ਨੇ। ਮੇਰੀ ਅਪੀਲ ਹੈ, ਮੇਰੀ ਗੱਲ ਨੂੰ ਬੁਰਾ ਨਾ ਬਣਾਇਓ, ਤੁਹਾਡੀ ਮਿਹਰਬਾਨੀ। ਇਹ ਨਾ ਕਹੋ ਮੇਰੇ ਤੇ ਫਤਵਾ ਮੌਲਵੀ ਲਾ ਦਿਓ ਕਿਧਰੇ। ਮੈਨੂੰ ਪੂਰਾ ਪਾਕਿਸਤਾਨ ਜਾਣਦਾ ਯਕੂਬ ਨੂੰ। ਹਾਂ ਮੈਂ ਮੌਲਵੀ ਨਹੀਂ, ਲੇਕਿਨ ਜਿਨ੍ਹਾਂ ਦੀਆਂ ਮੈਂ ਜੁੱਤੀਆਂ ਸਿੱਧੀਆਂ ਕਰਨਾ ਨਾ ਆਪਣੇ ਮੁਰਸ਼ਿਦ ਪਾਕ ਦੀ, ਉਹਨਾਂ ਨੂੰ ਸਾਰਾ ਪਾਕਿਸਤਾਨ ਨਹੀਂ ਬਲਕਿ ਪੂਰਾ ਯੂਰਪ ਵੀ ਜਾਣਦਾ। ਤੇ ਮੈਂ ਇਹ ਅਰਜ਼ ਕਰਦਾ ਜੇ ਪਿਆ, ਇਹ ਜਿਹੜੇ ਮੌਲਵੀ ਨੇ ਟਕੇ ਟਕੇ ਤੇ ਵਿਕੇ ਨੇ 5-10 ਸਾਲ। ਜਿਸ ਮੌਲਵੀ ਨੂੰ ਰੁਪਈਆ 1000 ਦਿਓ, ਉਹ ਜਮਾ ਤੁਹਾਡੇ ਨਾਲ ਦਾ ਭਲਾ ਕਰੇਗਾ। ਇਹਨਾਂ ਮੌਲਵੀਆਂ ਦੀ ਗੱਲ ਮੈਨੂੰ ਮੌਲਵੀ ਆਖਦੇ ਪਾਕਿਸਤਾਨ 'ਚ। ਮੇਰਾ ਮੈਂ ਸਵਾਲ ਤੇ ਮੌਲਵੀ ਵੇਖੇ ਹੀ 2-3 ਨੇ ਸਾਰੀ ਜ਼ਿੰਦਗੀ ਪਾਕਿਸਤਾਨ 'ਚ। ਹੁਣ ਮੌਲਵੀ ਹੈ ਹੀ ਕੋਈ ਨਹੀਂ ਇਸ ਵੇਲੇ, ਧੰਦਾ ਦੁਕਾਨਦਾਰੀ ਬਣਾਈ ਨੇ। ਜੋ ਕੋਈ ਸਿਆਸਤਦਾਨ ਹੈ ਪਾਕਿਸਤਾਨ, ਹੁਕੂਮਤ ਕਿਹਦੀ ਚੱਲਦੀ ਹੈ ਬਈ? ਕੋਈ ਵਜ਼ੀਰ ਆਜ਼ਮ ਹੈ, ਕੋਈ ਸਦਰ ਹੈ, ਅੱਛਾ ਕੋਈ ਤੁਹਾਡੀ ਕਿਸੇ ਦਾ ਰੱਬ ਹੈ? ਅੱਛਾ ਗੱਲ ਜੋ ਸੁਣੋ ਪਾਕਿਸਤਾਨ ਦਾ ਡਾਕੂ ਜ਼ਾਨੀ ਬਦਕਾਰ, ਕਦੇ ਕੋ ਉਹ ਫੈਸਲ ਬਾਉਡਾ ਆ ਜਾਂਦਾ, ਕਦੇ ਤਰੀਕੇ ਲਬੈਕ ਆ ਜਾਂਦੀ ਹੈ, ਕਦੇ ਮਰਜ਼ਈਆਂ। ਇਹ ਮੈਨੂੰ ਪਤਾ ਹੈ, ਜਵੇਦ ਸਾਹਿਬ ਮੈਨੂੰ ਲਾਈਨ ਤੇ ਲਿਆ, ਮੇਰੇ ਭਰਾ ਨੇ, ਮੇਰੇ ਬਜ਼ੁਰਗ ਨੇ, ਦੋਸਤ ਨੇ ਮੇਰੇ। ਇਹ ਨਹੀਂ ਜਾਣਦੇ ਜੋ ਕੁਝ ਮੈਂ ਜਾਣਨਾ। ਹਰ ਬੰਦੇ ਨੂੰ ਚਾਬੀ ਦਿੱਤੀ ਗਈ ਹੈ, ਹਰ ਬੰਦੇ ਨਾਲ ਜ਼ਿਆਦਤੀ ਹੋਣ ਲਈ ਹੈ, ਕਿਉਂਕਿ ਮੁਲਕ ਦੇ ਅਜ਼ਾਬ ਆਇਆ। ਦੁਆ ਕਰੋ ਅੱਲਾਹ ਤਾਲਾ ਆਪਣੇ ਪਿਆਰੇ ਹਬੀਬ ਦੇ ਸਦਕੇ। ਕੱਲ ਜ਼ਲਜ਼ਲਾ ਮਿਆਂਮਾਰ ਆਇਆ, ਦੁਆ ਕਰੋ ਪਿੰਡੀ ਜ਼ਲਜ਼ਲਾ, ਪਰ ਪਿੰਡੀ ਆਬਾਦੀ ਬਚਾ ਕੇ। ਇਹ ਉਰਲੇ ਪਾਸੇ ਜਿਹੜੇ ਪਾਸੇ ਨਾ ਦਰਿੰਦੇ ਇਕੱਠੇ ਹੋਏ, ਜਿਹੜੇ ਸਾਰੇ ਘਰੇ ਹੁੰਦੀ ਹੈ ਵੀ ਕਨਫਰੰਸ, ਦੁਆ ਕਰੋ ਇੱਥੇ ਜ਼ਲਜ਼ਲਾ ਆਵੇ। ਦੁਆ ਕਰੋ ਉੱਥੇ ਬਲਾਵਲ ਹਾਊਸ ਜ਼ਲਜ਼ਲਾ ਆਵੇ। ਦੁਆ ਕਰੋ ਜਿਹੜਾ ਇਹਨਾਂ ਜਾਤੀ ਉਮਰਾ ਬਣਾਇਆ ਉੱਥੇ ਅੱਛਾ ਇੱਕ ਦੋ ਸਵਾਲ ਕਰਨੇ ਸੀ ਤੁਹਾਡੇ ਨਾਲ, ਟਾਈਮ ਮੁੱਕ ਜਾਣਾ ਹੈ ਜੀ। ਇਹ ਦੱਸੋ, ਅਸੀਂ ਇਟਲੀ 'ਚ ਰਹਿੰਦੇ ਜੇ, ਤੁਹਾਨੂੰ ਇੱਥੇ ਇਬਾਦਤ ਤੋਂ ਕੋਈ ਰੋਕਦਾ ਕਿ ਤੁਸੀਂ ਆਪਣੀ ਇਬਾਦਤ ਨਾ ਕਰੋ? ਤੁਸੀਂ ਆਦੋ ਕੋਈ ਇਬਾਦਤ ਤੋਂ ਰੋਕਦਾ? ਯਕੀਨ ਕਰੋ ਜਵੇਦ ਸਾਹਿਬ, ਸਾਡੀ ਮਸਜਿਦ ਜੇ, ਤੇ ਮੈਂ ਇਹਨਾਂ ਨੂੰ ਠਾਕਿਆ ਸੀ ਹਰ ਸਾਲ ਨਾਲ ਰੋਜ਼ਾਂ ਦੀ ਰੋਟੀ ਪਕਾਉਂਦੇ ਆ ਡੇਲੀ। ਹਰ ਬੰਦਾ ਇੱਕ ਰੋਜ਼ਾ ਖਿਲਵਾਉਂਦਾ ਤੇ ਮੈਂ ਕਿਹਾ ਯਾਰ ਨਾ ਖਿਲਾਓ ਕਰੋ, ਹੁਣ ਸੁਣਨਾ ਲੈਣ ਮੇਰੇ ਸਰਦਾਰ ਭਰਾ ਵੀ ਨੇ। ਹੁਣ ਕੀ ਕਰੀਏ? ਯਕੀਨ ਕਰੋ ਸਾਡੀ ਮਸੀਤੀ ਸ਼ਾਮੀ ਨੇ 6-7 ਰੋਜ਼ ਸਰਦਾਰ ਜਾਂਦੇ। ਅੱਛਾ ਉਹ ਮੁੰਡਿਆਂ ਨੂੰ ਮੈਂ ਕਿਹਾ ਯਾਰ ਇਹ ਤਾਂ ਗੱਲ ਮਾੜੀ ਹੈ ਬਈ, ਅਸੀਂ ਇਨਸਾਨੀਅਤ ਦੀ ਕਦਰ ਕਰਨੇ ਆ ਤੇ ਸਾਡੀ ਮਸਜਿਦ ਅਸੀਂ ਪਾਕ ਹੁੰਦੀ ਹੈ ਤੇ ਬੰਦੇ ਵੁਜ਼ੂ ਵੀ ਨਹੀਂ ਕਰਦੇ, ਇਹਨਾਂ ਨੂੰ ਪਤਾ ਨਹੀਂ। ਉਹ ਇੱਕ ਮੁੰਡਾ ਮੈਨੂੰ ਉਹਦਾ ਯਾਰ ਭਾਈ ਆ ਗੱਲ ਵਿੱਚ ਇਹ ਹੈ, ਅਸੀਂ ਇਹਨਾਂ ਦੇ ਗੁਰਦੁਆਰੇ ਟੁੱਟ ਜਾਂਦੇ ਆ, ਇਹਨਾਂ ਨੂੰ ਠਾਕੀ ਦੇ ਨਾਲ ਸਾਡੇ ਗੁਰਦੁਆਰੇ ਕਿਉਂ ਆਉਂਦੇ ਹੈ? ਸੁਣਦੇ ਮੇਰੀ ਗੱਲ? ਇੱਥੇ ਕਿਸੇ ਨੂੰ ਕੌਣ ਠਾਕਦਾ? ਇੱਥੇ ਤੇ ਹਰ ਬੰਦਾ ਭੈਣਾ ਭਰਾਵਾਂ ਵਾਂਗੂ ਇਨਸਾਨਾਂ ਵਾਂਗੂ ਰਹਿੰਦਾ ਜੇ, ਦੁਆਈ ਖੁਦਾ ਦੀ ਜੇ। ਉੱਥੇ ਕਿਉਂ ਨਹੀਂ ਰਹਿੰਦੇ? ਮਸਜਿਦ ਬਣਾਈ ਹੈ ਨਹੀਂ ਤੇ ਉੱਥੇ ਕਿਉਂ ਨਹੀਂ ਰਹਿੰਦੇ? ਮੰਗ ਲੈਂਦੇ ਨੇ। ਮੈਂ ਪੂਰਾ ਇੰਗਲੈਂਡ ਫਿਰਿਆ, ਬੂਹੇ ਫਿਰਿਆ, ਮੈਂ ਲੰਡਨ ਗਿਆ, ਮੈਨਚੈਸਟਰ ਗਿਆ, ਲਿਵਰਪੂਲ ਗਿਆ, ਨਾਟਿੰਗਮ ਗਿਆ, ਪਰ ਸਮਝਾ ਕੇ ਨਹੀਂ ਆ ਕਿ ਬਰਮਿੰਘਮ ਗਿਆ। ਦੁਆਨੀ ਜੋੜ ਕੇ ਯਕੀਨ ਕਰੋ ਅਸਾਂ ਰੁਪਈਆ 1.5 ਲੱਖ ਯੂਰੋ ਇਕੱਠਾ ਕਰਕੇ ਕੋਈ ਇੱਥੋਂ ਲੱਖ ਕੀਤਾ ਤੇ ਤਾਂ ਮਸਜਿਦ ਬਣਾਈ ਅਸੀਂ। ਤੇ ਸਾਨੂੰ ਇਜਾਜ਼ਤ ਦਿੱਤੀ ਹੈ ਗੌਰਮੈਂਟ ਇਟਲੀ ਨੇ, ਕਮੂਨੇ ਨੇ। ਇੱਥੇ ਇਸ ਵੇਲੇ ਇੰਗਲੈਂਡ, ਅਮਰੀਕਾ ਤੇ ਜਰਮਨੀ ਤੋਂ ਬਾਅਦ ਚੌਥੇ ਮੁਸਲਮਾਨ ਵੀ ਹੁੰਦੇ, ਇਟਲੀ ਵੀ ਹੁੰਦੇ ਜੇ। ਹੁਣ ਸੁਣਦੇ ਮੇਰੀ ਗੱਲ? ਅੱਛਾ ਮੈਂ ਪੁੱਛ ਰਿਹਾ ਵਾਂ ਕਿ ਜਦੋਂ ਅਸੀਂ ਇੱਥੇ ਰਹਿ ਸਕਦੇ ਹਾਂ ਤੇ ਉੱਥੇ ਕਿਉਂ ਨਹੀਂ ਰਹਿੰਦੇ ਆਪਣੇ ਮੁਲਕ 'ਚ? ਉਹ ਕਰਮਾਂ ਨੇ, ਉਹ ਰਹਿੰਦੇ ਨੇ। ਮੈਂ ਤੁਹਾਨੂੰ ਕਹਿੰਦਾ ਜਿੰਨਾ ਇਤਨਾ ਰੱਬ ਨੇ ਪਿਆਰਾ ਮੁਲਕ ਬਣਾਇਆ, ਇੰਨੇ ਪਿਆਰੇ ਲੋਕ ਵਿੱਚ ਪਾਕਿਸਤਾਨ 'ਚ ਆ ਜੇ। ਯਕੀਨ ਕਰੋ ਤੁਹਾਨੂੰ ਮੈਂ ਦੱਸਣਾ ਕਿ ਸਿੱਖ ਉੱਥੇ ਨੇ, ਹਿੰਦੂ ਉੱਥੇ ਨੇ, ਅੱਜ ਵੀ ਯਹੂਦੀ ਉੱਥੇ ਨੇ। ਕਰਾਚੀ 'ਚ ਇੱਕ ਬਾਜ਼ਾਰ ਆ ਪੂਰਾ। ਸੁਣਦੇ ਮੇਰੀ ਗੱਲ ਪੇ? ਉੱਥੇ ਮਰਜ਼ਈ ਤਾਂ ਗੱਲ ਹੀ ਕੋਈ ਨਹੀਂ, ਮਰਜ਼ਈ ਦੀ ਤਾਂ ਕੱਲ ਹੀ ਬਣੇ ਨੇ। ਤੇ ਮੈਂ ਅੱਜ ਗੱਲਾਂ ਸਭਾਂ ਨੂੰ ਆਜ਼ਾਦੀ ਹੈ ਰਹਿਣ ਦੀ। ਇਹ ਜਿਹੜੇ ਫਿਤਨੇ ਉੱਥੇ ਦਰਿੰਦੇ ਬੈਠੇ ਨੇ, ਇਹਨਾਂ ਦਾ ਫਲਾਏ ਅੱਗੇ ਉਹਨਾਂ ਨੇ ਰੁਪਈਏ ਦੇ ਕੇ ਟੱਟੂ ਭੁੱਖੇ ਇਕੱਠੇ ਕੀਤੇ ਜੇ ਮੈਂ ਨਹੀਂ ਆਦਾ ਮਰਜ਼ਈਆਂ ਨੂੰ ਨਹੀਂ ਮਾਰਦੇ ਹੋਣੇ, ਅੱਲਾ ਦੀ ਕਸਮੇ ਕਰਾਏ ਦੇ ਟੱਟੂ ਜੇ। ਕੋਈ ਤਰੀਕਾ ਲਬੈਕ ਵਾਲਾ ਬੰਦਾ ਨਹੀਂ ਜੇ, ਨਹੀਂ ਤੇ ਨਾ ਕੋਈ ਮੌਲਵੀ, ਨਾ ਮਜ਼ਹਬ, ਨਾ ਕੋਈ ਮਜ਼ਹਬੀ ਤੌਰ ਤੇ। ਇਹ ਜਿਤਨੀਆਂ ਅੰਤਾਈ ਹੈ ਨਾ, ਇਹ ਸਾਰੇ ਜਿਹੜੇ ਕਬਜ਼ਾ ਕਰਕੇ ਮੁਲਕ ਦੇ ਬੈਠੇ ਨੇ ਨਾ, ਇਹਨਾਂ ਜ਼ਾਲਮਾਂ ਦੀ ਫੈਲਾਈ ਸਾਜ਼ਿਸ਼ ਹੈ ਸਾਰੀ। ਇਹ ਯਾਦ ਰੱਖੋ ਮੇਰੀ ਗੱਲ। ਅੱਜ ਤੁਹਾਨੂੰ ਦੱਸਿਆ ਨਾ ਮੈਂ ਕਿ ਤੁਸੀਂ ਇਮਰਾਨ ਰਿਆਜ਼ ਖਾਨ ਦਾ ਅੱਜ ਦਾ ਸੁਬਾਹ ਦਾ ਪ੍ਰੋਗਰਾਮ ਹੈ, ਉਹ ਕੀ ਹੈ? ਉਹ ਵੀ ਉਹ ਅਰਸ਼ਦ ਸ਼ਰੀਫ ਸ਼ਹੀਦ ਇਮਰਾਨ ਖਾਨ ਦੇ ਬਾਅਦ ਤੀਜਾ ਮਾਊ ਨੇ ਪੁੱਤਰ ਜੰਮਿਆ ਪਾਕਿਸਤਾਨ 'ਚ। ਅਕਲ ਨਾਲ, ਦਲੀਲ ਨਾਲ। ਅਸੀਂ ਤੋਂ ਅਨਪੜ੍ਹ ਬੰਦੇ ਜੋ ਕਿ ਸੱਚ ਆਉਂਦੇ ਮੂੰਹ 'ਚ ਗੋਲ ਫੈਲਦੇ ਆ। ਅਗਰ ਕਾਬਲ ਬੰਦਾ, ਪੜ੍ਹੇ ਲਿਖੇ ਬੰਦਾ, ਜਿਹਦੀ ਰਿਸਰਚ ਹੈ, ਜਿਹਨੂੰ ਰੱਬ ਨੇ ਪੈਦਾ ਹੀ ਸਿੱਖਣ ਵਾਸਤੇ ਦਾ ਸਾਫਾ ਜਿਹੜਾ, ਉਹਦਾ ਅੱਜ ਦਾ ਪ੍ਰੋਗਰਾਮ ਤੱਕੋ ਜੋ ਉਹਨੇ ਜਦ ਤੱਕ ਇੱਕੋ ਹੀ ਗੱਲ ਜੇ, ਇਸ ਆਵਾਮ ਨੂੰ ਗੈਰਤ ਨਹੀਂ ਨਾਮਣੀ। ਇਸ ਆਵਾਮ ਨੂੰ ਗੈਰਤ ਆ ਜੇ 1 ਘੰਟੇ 'ਚ ਮੁਲਕ ਸਾਫ਼ ਹੋ ਜਾਂਦਾ ਜੀ। 1 ਘੰਟੇ 'ਚ। ਬਹੁਤ ਸ਼ੁਕਰੀਆ। ਏਅਰਪੋਰਟਾਂ ਦੇ ਕਿਨਾਂ ਨੂੰ ਨਸਣ ਨਾ ਦਿਓ ਜਦ ਤੱਕ ਇਹ ਬਿਮਾਰੀਆਂ ਖਤਮ ਨਹੀਂ ਹੁੰਦੀਆਂ ਪਾਕਿਸਤਾਨ 'ਚੋਂ। ਇਹ ਨਾ ਕੋਈ ਮਰਜ਼ਈਆਂ ਦੀ ਖੈਰ ਜੇ, ਤੇ ਨਾ ਕੋਈ ਸੁਨੀਆਂ ਦੀ ਖੈਰ ਹੈ, ਨਾ ਕੋਈ ਤੁਹਾਡੀ ਖੈਰ ਹੈ, ਨਾ ਕੋਈ ਮੇਰੀ ਖੈਰ। ਬਹੁਤ ਸ਼ੁਕਰੀਆ।
अल्लाह के वाले अस्सलाम ओके वालेकुम व ओके रहमतुल्लाहि व बरकातहू। यकूब साहब से सवाल वो सुनते नहीं, बहरहाल बीमार भी हैं, मगर ये है कि जो हालात पाकिस्तान के बने हुए हैं वो आप सबके इल्म में है। और ये साद रफ़ीक इनका भतीजा है, ये तहरीक लबैक से तल्लुक़ रखते हैं, मगर अफ़सोस ये है कि तहरीक लबैक को जिस तरह बता रहे हैं इस्तेमाल किया जा रहा है, कौन ये कर रहा है, क्या हो रहा है, सबको पता है।